ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇव जी कलयुग ਦੇ अवतार, ਉਹਨਾਂ ਦੇ ਗੱਦੀ ਦੇ ਮਾਲਕ ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਧੰਨ ਧੰਨ ਸਤਿਗੁਰੂ ਜਗੀਰ ਸਿੰਘ ਜੀ ਦਾ 100 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਸਾਧ ਸੰਗਤ। ਕੁਛ ਕੁ ਅਰਜ਼ਾਂ ਕਰਨੀਆਂ ਨੇ ਜੋ ਕਿ ਮੇਰੇ ਨਾਲ ਜੋ ਬੀਤੀਆਂ ਆਪਸ ਵਿੱਚ ਹੀ ਸੱਚੇ ਪਾਤਸ਼ਾਹ ਨਾਲ। ਵੈਸੇ ਤਾਂ ਉਹਨਾਂ ਦੀਆਂ ਜੋ ਵੀ ਸਾਖੀਆਂ ਨੇ ਲੱਖਾਂ ਪੁਰਾਣੀਆਂ 'ਚ ਗਿਣੀਆਂ ਨਹੀਂ ਜਾ ਸਕਦੀਆਂ, ਪਰ ਜੋ ਕੁਛ ਅਸੀਂ ਕਲਯੁਗੀ ਜੀਵ ਹਾਂ, ਜਿੰਨਾ ਕੁ ਅਸੀਂ ਕੁਛ ਦੱਸ ਸਕਦੇ ਹਾਂ, ਜਿੰਨਾ ਕੁ ਅਸੀਂ ਕੁਛ ਜਾਣ ਸਕਦੇ ਹਾਂ, ਉਹ ਸਾਂਝੀਆਂ ਕਰਨ ਨਾਲ ਆਪ ਜੀ ਦੇ ਹਾਜ਼ਰ ਹਾਂ। ਕਿਰਪਾ ਰੱਖਣੀ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ। ਪਰਿਵਾਰ ਸਾਡਾ ਸਾਹਾਵਾਲਾ ਪਿੰਡ ਤੋਂ ਨੇੜੇ ਹੀ ਹੈ, ਭੈਣੀ ਸਾਹਿਬ ਤੋਂ ਅਸੀਂ ਤੁਰ ਕੇ ਜਾਂਦੇ ਹੁੰਦੇ ਸੀ ਅਤੇ ਟੇਢੇਵਾਲ ਦੇ ਵਿੱਚ ਹੀ ਜਾਰਵਾਲੀ ਤੋਂ ਹੋ ਕੇ। ਮੇਰੇ ਦਾਦਾ ਜੀ ਦਾ ਨਾਮ ਸਰ ਕਰਮ ਸਿੰਘ, ਪਿਤਾ ਦਾ ਨਾਮ ਸਰ ਮਾਨ ਸਿੰਘ। ਇੱਥੇ ਅਸੀਂ ਤਕਰੀਬਨ 52 ਦੇ ਆਏ ਹੋਏ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ। ਸਿਰਫ ਸਾਡੇ ਬਾਬਾ ਜੀ ਦਾ ਇੱਥੇ ਰਹਿਣ ਦਾ ਆਉਣ ਦਾ ਇੱਕ ਮਨੋਰਥ ਸੀ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਇੱਥੇ ਹਮੇਸ਼ਾ ਹੀ ਆਉਂਦੇ ਸੀ। ਤਕਰੀਬਨ ਇੱਕ ਅੱਧਾ ਦਿਨ ਛੱਡ ਕੇ ਹੀ ਅਸੀਂ ਜਗ੍ਹਾ ਤਾਂ ਲਈ ਸੀ ਇੱਥੇ ਵੀ ਸਤਿਗੁਰਾਂ ਦੇ ਰੋਜ਼ ਹੀ ਇੱਥੇ ਦਰਸ਼ਨ ਹੁੰਦੇ ਰਹਿਣ। ਤੋ ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ, ਪਰਿਵਾਰ ਅੱਡ ਹੁੰਦੇ ਰਹਿੰਦੇ ਨੇ, ਬਣਦੇ ਰਹਿੰਦੇ ਨੇ। ਅਸੀਂ ਚਾਚੇ ਨਾਲੋਂ ਅਲੱਗ ਹੋਏ, ਕਾਰੋਬਾਰ ਕੁਛ ਥੋੜ੍ਹਾ ਰਹਿ ਗਿਆ, ਪਹਿਲਾਂ ਅੱਛਾ ਸੀ। ਫਿਰ ਕੁਛ ਭਰਾ ਨਾਲੋਂ ਅਲੱਗ ਹੋਏ ਅਤੇ ਇੱਕ ਮੈਂ ਸੱਚੇ ਪਾਤਸ਼ਾਹ ਦੀ ਸਾਖੀ ਤੁਹਾਨੂੰ ਛੋਟੀ ਜਿਹੀ ਦੱਸਦੇ ਹਾਂ। ਇਹ ਢੋਲੇਵਾਲ ਚੌਂਕ ਦੇ ਵਿੱਚ ਪਹਿਲਾਂ ਪੁਲ ਨਹੀਂ ਸੀ ਹੁੰਦਾ, ਰੇਲਵੇ ਕ੍ਰਾਸਿੰਗ ਸੀ ਇੱਥੇ। ਘਰੋਂ ਕੁਛ ਤੰਗੀ ਸੀ ਹਰ ਪਾਸਿਓਂ, ਕਿਉਂਕਿ ਅਲੱਗ ਹੋਏ ਸੀ ਜਲਦੀ। ਅਤੇ ਮੈਂ ਉੱਥੇ ਕੁਛ ਸੋਚਿਆ ਸੀ ਕੀ ਕਰਨਾ ਸੰਸਾਰ 'ਤੇ ਰਹਿ ਕੇ। ਅਤੇ ਆਪਾਂ ਕਿਉਂਕਿ ਪਿਤਾ ਜੀ ਨਾਲ ਮੇਰੇ ਮੈਂ ਉਹਨਾਂ ਨਾਲੋਂ ਵੱਖਰਾ ਰਹਿਣਾ ਚਾਹੁੰਦਾ ਨਹੀਂ ਸੀ। ਪਿਤਾ ਜੀ ਨੇ ਮੈਨੂੰ ਨਾਲ ਰੱਖਿਆ ਹੋਇਆ ਸੀ ਅਤੇ ਪ੍ਰਸ਼ਾਦਾ ਪਾਣੀ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਹੁਕਮ ਹੁੰਦਾ ਚੱਲਦਾ ਹੁੰਦਾ। ਮੈਂ ਚੌਂਕ ਵਿੱਚ ਖੜ੍ਹਾ, ਅਚਨਚੇਤ ਸੱਚੇ ਪਾਤਸ਼ਾਹ ਦੀ ਗੱਡੀ ਆਈ। ਸੱਚੇ ਪਾਤਸ਼ਾਹ ਦੀ ਗੱਡੀ ਆਈ ਅਤੇ ਖੜ੍ਹ ਗਈ ਚੌਂਕ 'ਚ। ਮੈਂ ਕ੍ਰੋਸਿੰਗ ਕਰ ਰਿਹਾ ਸੀ। ਸਤਿਗੁਰੂ ਜਗਜੀਤ ਸਿੰਘ ਨੇ ਸ਼ੀਸ਼ਾ ਥੱਲੇ ਆਪਣੇ ਹੱਥਾਂ ਨਾਲ ਕੀਤਾ। ਮੈਂ ਨਮਸਕਾਰ ਕੀਤੀ, ਨਾ ਕੋਈ ਬਚਨ ਬਲਾਸ ਹੋਏ ਨਾ ਕੁਛ ਹੋਏ। ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਸਿਰ 'ਚ ਪਾਣੀ ਪਾਇਆ ਕਰ। ਸਾਧ ਸੰਗਤ ਜੀ, ਮੈਂ ਉੱਥੋਂ ਹੀ ਪਿੱਛੇ ਮੁੜਿਆ ਆ। ਪਿੱਛੇ ਮੁੜ ਕੇ ਆ ਕੇ ਘਰ ਮੇਰਾ ਇਰਾਦਾ ਬਦਲ ਗਿਆ। ਜੋ ਮੈਂ ਆਪਣਾ ਕਰਨਾ ਚਾਹੁੰਦਾ ਸੀ, ਲਾਈਨਾਂ ਵੱਲ ਨੂੰ ਜਾਣਾ ਚਾਹੁੰਦਾ ਸੀ, ਜਿਸ ਤਰ੍ਹਾਂ ਵੀ ਹੈ, ਇਰਾਦਾ ਬਦਲ ਗਿਆ। ਸਿਰ 'ਚ ਪਾਣੀ, ਮੈਂ ਦੇਖੋ ਜੀ ਝੂਠ ਨਹੀਂ ਬੋਲਦਾ, ਗੜਬੇ ਤਾਂ ਨਹੀਂ ਪਾਏ, ਪਾਣੀ ਜ਼ਰੂਰ ਪਾਇਆ, ਥੋੜ੍ਹਾ ਪਾਇਆ ਜਿੰਨਾ ਕੁ ਹੋਇਆ, ਬਚਨ ਮੰਨਿਆ। ਉਸ ਤੋਂ ਬਾਅਦ ਮਤਲਬ ਬਰਕਤ ਸ਼ੁਰੂ ਹੋ ਗਈ। ਜਾਣੀ ਜਾਣ ਨੇ, ਕਿਰਪਾਲੂ ਨੇ ਸੱਚੇ ਪਾਤਸ਼ਾਹ। ਇੱਕ ਛੋਟੀ ਜਿਹੀ ਸਾਖੀ ਹੈ, ਇਸ ਨੂੰ ਅਸੀਂ ਮਤਲਬ ਮੈਂ ਤਾਂ ਵੈਸੇ ਚਮਤਕਾਰ ਸਮਝਦਾ। ਗਰੀਬ ਨਵਾਜ਼ ਦਾ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਸਾਨੂੰ, ਅਸੀਂ ਇੰਨੇ ਜੋਗੇ ਨਹੀਂ ਸੀ, ਸਾਨੂੰ ਬਹੁਤ ਕਿਰਪਾ ਕੀਤੀ। ਉਸ ਤੋਂ ਬਾਅਦ ਹੌਲੀ ਹੌਲੀ ਮਿਹਨਤ ਕਰਦੇ ਅਸੀਂ ਆਪਣਾ ਜੀਵਨ ਵਧੀਆ ਬਤੀਤ ਕਰਨ ਲੱਗ ਗਏ। ਇੱਕ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਰਾਤ ਨੂੰ ਦ੍ਰਿਸ਼ਟਾਂਤ ਦਿੱਤਾ ਬਈ ਕਾਕਾ, ਸਾਹਮਣੇ ਜਗ੍ਹਾ ਵਿਕਦੀ ਹੈ ਅਤੇ ਮੈਂ ਇੱਥੇ ਬਹੁਤ ਵਾਰੀ ਆਉਣਾ ਰੋਜ਼ ਹੀ, ਵੀ ਤੈਨੂੰ ਲੈ ਕੇ ਦੇਣੀ ਆ। ਅਤੇ ਮੈਂ ਸੱਚੇ ਪਾਤਸ਼ਾਹ ਨੂੰ ਕਿਹਾ, ਮੈਂ ਕਿਹਾ ਜੀ ਮੇਰੇ ਕੋਲ ਤਾਂ ਪੈਸੇ ਬਿਆਨਾ ਦੇਣ ਨੂੰ ਵੀ ਨਹੀਂ ਹੈਗੇ, ਅਤੇ ਕਿਰਪਾ ਕਰੋ। ਜਦ ਹੁਕਮ ਹੋ ਗਿਆ ਵੀ ਲੈ ਕੇ ਦੇਣੀ ਆ, ਮੈਂ ਸਵੇਰੇ ਸੰਗੀਤ ਵਾਲਾ ਮੁੰਡਾ ਆਇਆ ਜੋ ਕਹਿੰਦੇ ਜਗ੍ਹਾ ਵੇਚਣੀ ਆ, ਇੰਨੇ ਪੈਸੇ ਲੈਣੇ ਆ। ਉਹ ਮੇਰੇ ਕੋਲ ਜੋ 2-4 ਹਜ਼ਾਰ ਰੁਪਈਆ ਸੀਗਾ ਮੈਂ ਜੇਬ 'ਚ ਪਾਇਆ। ਇੱਥੇ ਅਸੀਂ ਆ ਗਏ। ਇਹ ਫੈਕਟਰੀ, ਇਹ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਇਸ ਫੈਕਟਰੀ 'ਚ ਥੋੜ੍ਹੇ ਦਿਨ ਬਾਅਦ ਹੀ ਚੱਲ ਪੈਂਦੇ ਸੀ। ਸਾਹਮਣੇ ਸਾਡਾ ਘਰ ਸੀ, ਅਸੀਂ ਇੱਥੇ ਆਏ ਅਤੇ ਮੈਂ ਉਹਨੂੰ ਮੇਰੇ ਕੋਲ ਜੋ ਸੀਗਾ ਬਿਆਨਾ ਦਿੱਤਾ। ਉਹ ਨਾ ਮੈਨੇ ਕਹਿੰਦਾ ਮੈਂ ਇੰਨੇ ਹੀ ਪੈਸੇ ਲੈਣੇ ਆ, ਘੱਟ ਲੈਣੇ ਨਹੀਂ। ਮੈਂ ਦੇ ਕੇ ਅਤੇ ਆਪਣਾ ਘਰ ਚਲਿਆ ਗਿਆ। ਮੈਂ ਸੋਚਿਆ ਵੀ ਬੜਾ ਔਖਾ ਕੰਮ ਆ, ਪੈਸੇ ਦਾ ਕੋਈ ਹੈ ਨਹੀਂ ਕੋਲ। ਰਾਤ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਮੈਨੂੰ ਕਹਿਣ ਲੱਗੇ ਵੀ ਜਦ ਮੈਂ ਲੈ ਕੇ ਦੇਣੀ ਆ ਅਤੇ ਫਿਰ ਤੈਨੂੰ ਠੀਕ ਆ ਜੀ, ਚਲੋ ਧੰਨ ਸਤਿਗੁਰੂ ਜਗਜੀਤ ਸਿੰਘ। ਮੈਂ ਨਾ ਫਿਰ ਗਿਆ ਮੱਥਾ ਟੇਕਣ ਵਾਸਤੇ ਗਿਆ ਅਤੇ ਉੱਥੇ ਸੱਚੇ ਪਾਤਸ਼ਾਹ ਕਹਿੰਦੇ ਠੀਕ ਆ। ਮੈਂ ਕਿਹਾ ਹਾਂਜੀ ਠੀਕ ਆ। ਉਹ ਗੱਲ ਕੁਛ ਟਾਈਮ ਲੰਘਦੀ ਰਹੀ।
उस तो बाद सच्चे पातशाह एक बारी फिर इत्थे बसंत 3 जगह मनाई जाती सी। एक संगीत सिनेमे वाले, एक असीं पिंडों साडे साहबाने तो बसंत पंचमी का मेला साडे बाबा जी मनाउंदे आ रहे आ। एक बसंत वाले, एक संगीत वाले, एक असीं। तो ये सच्चे पातशाह गड्डी आई इत्थे, कहने जसवीर कित्थे आ? मैं कहा जी वो तो इंडस्ट्री ए च है। सच्चे पातशाह कहने लगे अच्छा काम सी कोई। गड्डी थोड़ी दूर चली गई, गड्डी फिर ड्राइवर कहते वापस मोड़। वापस गड्डी आई, मैनू कहते भाई जी बई मेरे ना तमन्ना भी बसंत पंचमी एक कर दीए। अच्छा उन्होंने कई लोगों ने कहता सी भाई जी ने मनना नहीं या उन्होंने बजुर्गों ने मनना। मैं क्या 7 वचन जी। गड्डी चले गई, गड्डी चले गई, गड्डी फिर वापस आ गई। गड्डी फिर वापस आई, सच्चे पातशाह मैंने हुक्म किया भाई जी बसंत ना श्री भैणी साहब मनाया करना, तेरे वालों बसंत होगी। मैं क्या 7 वचन जी। गड्डी तोड़ ली, गड्डी तोड़ के फिर मैंने कहते हुण तू बसंत वाला तू बन गया। हुण मेरी ना असल में मेरे को अर्ज नहीं होंदी है ज़्यादा ना, मतलब इन्ना भावुक हो जाता मन, अर्ज करनी औखी हो जाती है। मैं क्या 7 वचन जी। वो बसंत का मेला सतगुर ने इस तरह किरपा करके साडे परिवार चों ही लिया तो होया सी, वो भैणी साहब सानू बख्शिश की हुई है। फिर काफ़ी समझ मैं दसदा सी ना उपर प्लाट वाली गल विच आ गई। वो फिर कुछ माया तो है नहीं सी, चलो किसी लारे ने मैनू देता माल 40-50 टन उधार दे दिता, ਉਹਦਾ कुछ हो गया, बनते बनते वो काम ठीक हो गया। वो मैनू सतगुर प्रताप सिंह ने जगह तो तेन पूरी करके देनी है, ये तो अद्धा प्लाट है। मैं जाके बेनती की सच्चे पातशाह मेरे को तो पैसे इन्ने की ने। मैं सच्चे पातशाह ने कोई उत्तर ना, सच्चे पातशाह मेरे को फिर देखा, चुप कर गए, चुप कर गए। तो इन्ने च मेरा ना बुखार आ गया मैनू इस टाइम दे विच। बुखार यह जिहा आ गया, सारा साल बुखार ना हटिया। बुखार ना हटिया तो वो अर्ज घट करी, साड़ी माता ने अर्ज की सी जाके, सच्चे पातशाह ने कुछ नहीं किया। फिर रात को सुपने मैं ना परले घर उत्ते कोठे पे पिया सी, सतगुर प्रताप सिंह जी आए ने बकायदा, खुंडा लिया, कहते अर्ज नहीं की जाके तू? मैं कहा जी, कहते वो बेअंत है, उसका नाम बेअंत है। मैनू नहीं सी पता भी बेअंत है उन्होंने नाम, मेरे नहीं सी दिमाग च। तो मैं कहा जी अर्ज की सी। सच्चे पातशाह कहते भाई जी दिल्ली चलना, आप दिल्ली चल के डॉक्टर मूसे नूं तुहानूं मिला के लियाऊंगा। तो सच्चे पातशाह मैनू सतगुर प्रताप सिंह कहन लगे उन्होंने कहो दिल्लियां बिल्लियां नूं छड्डो, मैनू ठीक करो, बेअंती नूं अर्ज कर दिओ। मैं देखो जी कुछ नहीं बोलिया फिर भी जाके। उस तो बाद फिर मैं गया ना, जदों कमरा सीगा दयाल सन दयाल सिंह जी बहते सी ना उरे मूरे कमरे दे विच, ते उत्थे मैं जाके अजे बाहर सी कमरे दे, भाई जी आ जा, ठीक है बह जा। सच्चे पातशाह हुक्म किया भी तू अवतार सिंह तो अंबरसराय तो पहला ठीक हो जाएगा। मैनू नहीं सी पता अवतार सिंह अंबरसर वाला कौन है। वो ना शायद अच्छा तबला का मास्टर सी या वधिया कोई सीगा, संगीतकार वधिया सीगा। वो कुदरती वो भी मेरे नाल ढिला सीगा काफ़ी समय तो। उस तो बाद जी मैं अज ठीक, कल होर ठीक। मेरी दवाई जी मेरे सराहने पई सी काफ़ी चिरां दी, मतलब वही गोली मैं खा खा के मैं वधिया हो गया। तो वो जिहड़ा प्लाट फिर पूरा करना सी वो बिच आ गई, रह गई गल। एक साडा गवांढी आ गया इत्थे लाला, वो आके कहन लग्या भी सरदार जी मैं ना किराएदार खाली नहीं करता, प्लाट मैं तेनों देना। मैं कहा जी मेरे को तो पैसे नहीं है। वो कहता पैसे होण ना होण प्लाट तेनों देना। 1200 गज 1400 गज जगह सी, मैं वो जी मैनू दे गया जी, पैसे तो बगैर दे गया। पैसे जिदन होंगे वो रजिस्ट्री करा ली। चलो सतगुर प्रताप सिंह जी कहते भी मैं तेनों कहा सी पूरा करना, वो जगह जिन्नी सी ना वो पूरी करती। वो बैठा सी किराएदार, वो किराएदार बैठा सी। मैं साल 2 साल किराएदार पहला पूछया भी तू जगह ले ला भाई, मैं यह जिहा मैनू लालच नहीं है, जगह विकदी है। कहना मैं तो लैनी नहीं, तुसीं लैनी है लै लो। वो किराएदार बैठा मैं जगह ले ली जी, वो खाली नहीं सी करनी उन्हें। मैं सुरिंदर के घर सच्चे पातशाह सतगुर जगजीत सिंह जी आए, हंसपाल जी बैठे,
ਸੁਰਿੰਦਰ ਇੱਕ ਹੈਗਾ ਸੀਗਾ ਅਗਰਵਾਲ, ਉਹ ਕੋਠੇ ਤੇ ਬੈਠੇ ਤੇ ਮੈਂ ਅਰਜ਼ ਕੀਤੀ ਗਰੀਬ ਨਵਾਜ਼ ਵੀ ਉਹ ਖਾਲੀ ਨਹੀਂ ਕਰਦਾ ਕਿਰਾਏਦਾਰ। ਸੱਚੇ ਪਾਤਸ਼ਾਹ ਨੇ ਨੀਵੀਂ ਪਾ ਲਈ ਤੇ ਫਿਰ ਹੰਸਪਾਲ ਜੀ ਵਾਲਾ ਇਸ਼ਾਰਾ ਕੀਤਾ। ਹੰਸਪਾਲ ਜੀ ਮੈਨੂੰ ਕਹਿੰਦੇ ਭਾਈ ਜੀ ਕੇਸ ਕਰ ਦੇ, ਤੇ ਉਹ ਕੇਸ ਫਿਰ ਮੈਂ ਚੁੱਪ ਕਰ ਗਿਆ। ਰਾਤ ਨੂੰ ਮੈਨੂੰ ਸੁਪਨੇ ਦੇ ਵਿੱਚ ਸੱਚੇ ਸਾਗੂ ਪ੍ਰਤਾਪ ਸਿੰਘ ਕਹਿੰਦੇ ਸਾਗੂ ਰਾਮ ਸਿੰਘ ਨੇ ਤਾਂ ਅੰਗਰੇਜ਼ ਬਾਹਰ ਕੱਢਦੇ ਇੱਥੋਂ, ਤੇਰਾ ਕਿਰਾਏਦਾਰ ਨਹੀਂ ਨਿਕਲੂਗਾ ਬਾਹਰ। ਅੱਜ ਤਾਂ ਹਿੰਦੁਸਤਾਨ ਯਾਦ ਕਰਾਤਾ ਤੇ ਇਹ ਕਿਰਾਏਦਾਰ ਕੀ ਆ। ਦੂਸਰੇ ਦਿਨ ਸਾਡਾ, ਤੀਸਰੇ ਦਿਨ ਇੱਕ ਰਿਸ਼ਤੇਦਾਰ ਆ ਗਿਆ ਸਾਡਾ ਪੁਰਾਣਾ, ਉਹਨੂੰ ਮੈਂ ਕਿਹਾ, ਕਹਿੰਦਾ ਅਰਦਾਸ, ਮੈਂ ਕਿਹਾ ਜੀ ਆਹ ਗੱਲ ਆ, ਮੈਂ ਪਲਾਟ ਤਾਂ ਲੈ ਲਿਆ, ਸਾਰੇ ਮੈਨੂੰ ਕਹਿੰਦੇ ਨੇ ਵੀ ਕੀ ਕੀਤਾ ਤਾਂ ਇਹ ਨਹੀਂ ਸੀ ਲੈਣਾ ਚਾਹੀਦਾ, ਮੈਂ 7 ਵਜੇ ਦੀ। ਉਹ ਕਹਿੰਦਾ ਕਿਹਦੇ ਨੇ ਲਿਆ? ਇਹਨੇ ਲਿਆ। ਉਹ ਕਹਿੰਦਾ ਚਲੋ ਉਹ ਤਾਂ ਮੈਂ ਆਪੇ ਉਹਨੂੰ ਥੋੜ੍ਹਾ ਕੰਮ ਕਰਵਾ ਦਿੰਦਾ। ਉਸ ਨੇ ਜੀ ਉਹ ਕੰਮ ਸਾਡਾ ਸਾਲ 2 ਸਾਲ ਲੱਗੇ, ਅਸੀਂ ਕਰਾਤਾ। ਮਤਲਬ ਸਭ ਕੁਝ ਜਗਜੀਤ ਸਿੰਘ ਦੀ ਕਿਰਪਾ ਨਾਲ ਹੀ ਅਸੀਂ ਇੱਥੇ ਬੈਠੇ ਹਾਂ, ਉਹਨਾਂ ਦੀ ਕਿਰਪਾ ਨਾਲ ਹੀ ਇਹ ਜਗ੍ਹਾ ਹੀ ਮਿਲੀ ਹੋਈ ਆ ਸਾਨੂੰ। ਇੱਕ ਸਭ ਕੁਝ ਜਗਜੀਤ ਸਿੰਘ ਦੀ ਕਿਰਪਾ ਨਾਲ ਮੇਲਾ ਸਾਨੂੰ ਮਿਲ ਗਿਆ ਸ੍ਰੀ ਭੈਣੀ ਸਾਹਿਬ। ਫਿਰ ਰਾਈਆਂ ਜਗ੍ਹਾ ਮਿਲੀ, ਬਹੁਤ ਜੱਦੋ ਜਹਿਦ ਨਾਲ ਸੁਰਿੰਦਰ ਸਿੰਘ ਨਾਮਧਾਰੀ ਹੋਣਾ ਨੇ ਹੋਰ ਸਾਰਾ। ਉਹ ਜਿਹੜਾ ਪਹਿਲਾ ਮੇਲਾ ਬੇਅੰਤ ਸਿੰਘ ਉੱਥੇ ਆਏ ਸੀਗੇ, ਉੱਥੇ ਸ੍ਰੀ ਸਤਿਗੁਰੂ ਰਾਮ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਉੱਥੇ ਆਪਾਂ ਨਿਸ਼ਾਨ ਸਾਹਿਬ ਲਾਉਣਾ ਸੀ। ਨਿਸ਼ਾਨ ਸਾਹਿਬ ਬਣਾਉਂਦੇ ਸੀਗੇ GS ਆਟੋ ਵਾਲੇ ਸਰਦਾਰ ਗਿਆਨੀ ਭਗਤ ਸਿੰਘ ਜੀ, ਤੇ ਮੈਨੂੰ ਬੁਲਾਇਆ ਸੱਚੇ ਪਾਤਸ਼ਾਹ, ਕਹਿੰਦੇ ਵੀ ਨਿਸ਼ਾਨ ਸਾਹਿਬ ਭਾਈ ਜੀ ਤੈਅ ਲਵਾਉਣਾ। ਮੈਂ ਸਤਵਚਨ ਜੀ, ਸਤਵਚਨ ਕਹਿ ਕੇ ਮੈਂ ਜੀ ਮਾਸਟਰ ਜੀ ਕੋਲ ਗਿਆ। ਮਾਸਟਰ ਜੀ ਕਹਿੰਦੇ, ਗਿਆਨੀ ਜੀ ਕਹਿੰਦੇ ਨਿਸ਼ਾਨ ਸਾਹਿਬ 50-40 ਹਜ਼ਾਰ ਲੱਗ ਜਾਂਦਾ। ਮੈਂ ਕਿਹਾ ਜੀ ਸਤਵਚਨ ਜੀ ਠੀਕ ਹੈ ਜੀ। ਮੈਂ ਅਰਜ਼ੀ ਕੀਤੀ ਜੀ, ਕਹਿੰਦੇ ਭਾਈ ਇਹ ਤੇਰਾ ਕੰਮ ਆ, ਤੂੰ ਨਿਸ਼ਾਨ ਸਾਹਿਬ ਲਵਾਉਣਾ, ਪਹਿਲੀ ਵਾਰੀ ਲੱਗਣਾ, ਇਹ ਤੇਰੇ ਕੋਲ ਲੱਗਣਾ ਨਿਸ਼ਾਨ ਸਾਹਿਬ। ਮੈਂ ਉੱਥੇ ਜੀ ਜਾ ਕੇ ਗਿਆਨੀ ਜੀ ਨੂੰ ਕਿਹਾ ਬਈ ਨਿਸ਼ਾਨ ਸਾਹਿਬ ਸਾਡਾ ਲਾਉਣ ਦਾ ਹੈਗਾ ਇਰਾਦਾ, ਤੇ ਕਹਿੰਦੇ ਕੂਕੇ ਦਾ ਨਿਸ਼ਾਨ ਸਾਹਿਬ ਲਾਉਂਦੇ ਹੀ ਨਹੀਂ। ਮੈਂ ਕਿਹਾ ਜੀ ਹੁਕਮ ਹੋ ਗਿਆ ਤੇ ਆਪਾਂ ਨਿਸ਼ਾਨ ਸਾਹਿਬ ਹੁਣ ਲਾਉਣਾ। ਉਹ ਨਿਸ਼ਾਨ ਸਾਹਿਬ ਲੱਗਣਾ ਸ਼ੁਰੂ ਹੋ ਗਿਆ। ਨਿਸ਼ਾਨ ਸਾਹਿਬ ਲੱਗਣਾ ਸ਼ੁਰੂ ਹੋ ਗਿਆ ਤੇ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੀ ਨਿਸ਼ਾਨ ਸਾਹਿਬ ਆਪਾਂ ਲਾਉਣਾ ਜਿਹੜਾ ਕਿ ਸਾਰੇ ਪੰਜਾਬ 'ਚ ਨਾ ਹੋਵੇ, ਵੈਸੇ ਹਿੰਦੁਸਤਾਨ 'ਚ ਨਾ ਹੋਵੇ। ਸਤਵਚਨ ਜੀ ਕਿੰਨਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਗਿਆਨੀ ਜੀ ਨਿਸ਼ਾਨ ਸਾਹਿਬ ਵੱਡਾ ਲੱਗਣਾ ਚਾਹੀਦਾ। ਕਹਿੰਦੇ 120 ਫੁੱਟ ਤੋਂ ਵੱਧ ਨਹੀਂ ਲੱਗ ਸਕਦਾ। ਮੈਂ ਅਰਜ਼ ਕਰਤੀ ਜਾ ਕੇ। ਦੁਪਹਿਰ ਨਿਤਨੇਮ ਦੇ ਵਿੱਚ ਸੱਚੇ ਪਾਤਸ਼ਾਹ ਬੈਠੇ ਸੀ, ਖੁਸ਼ ਸੀ। ਭਾਈ ਜੀ ਸ਼ੁਰੂ ਹੋ ਗਿਆ ਕੰਮ? ਮੈਂ ਕਿਹਾ ਹਾਂ ਜੀ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਵੀ 120 ਫੁੱਟ। ਮੈਂ ਕਿਹਾ ਜੀ ਕਹਿੰਦੇ ਨੇ ਮਾਸਟਰ ਜੀ ਦਾ। ਕਹਿੰਦੇ ਤੇਰਾ ਕੀ ਇਰਾਦਾ ਕਿੰਨਾ ਹੋਣਾ ਚਾਹੀਦਾ? ਮੈਂ ਕਿਹਾ ਜੀ 150-52 ਫੁੱਟ ਤਾਂ ਹੋਵੇ ਜੀ। ਤੇ ਮੈਨੂੰ ਕਹਿਣ ਲੱਗੇ ਠੀਕ ਹੈ ਫਿਰ ਇੰਨਾ ਲੱਗ ਜਵੇ। ਮੈਂ ਕਿਹਾ ਜੀ ਆਪ ਜੀ ਦੀ ਕਿਰਪਾ ਕਰੋ ਜੀ। ਉਹ ਆਪਣੀ ਗੱਡੀ ਚੱਕ ਕੇ ਆਪਣੀ ਫੈਕਟਰੀ ਆ ਗਏ। ਮੈਂ ਉੱਥੇ ਰਾਈਆਂ ਹੀ ਕਾਫੀ ਦਿਨ ਰਿਹਾ, ਜਾਂਦਾ ਆਉਂਦਾ ਸੀ। ਨਿਸ਼ਾਨ ਸਾਹਿਬ ਲੱਗਦਾ ਸੀਗਾ। ਨਿਸ਼ਾਨ ਸਾਹਿਬ ਜਿਹੜਾ ਲਾਉਂਦਾ ਸੀ ਨਾ, ਉਹ ਗੁਆਣੀ ਪਿੰਡ ਦਾ ਸੀ। ਉਹ ਸਾਡਾ ਦੂਰੋਂ ਨੇੜਿਓਂ ਰਿਸ਼ਤੇਦਾਰ ਸੀ ਖੁੱਲ੍ਹਾ ਪਰਿਵਾਰ। ਉਹ ਕਹਿਣ ਲੱਗਿਆ ਵੀ ਤੂੰ ਗਿਆਨੀ ਜੀ ਨੂੰ ਚਲੇ ਜਾਣ ਦੇ, ਮੈਂ 150 ਫੁੱਟ ਹੀ ਲਾ ਦੂੰਗਾ। ਮੈਂ ਕਿਹਾ ਠੀਕ ਆ। ਮੈਂ ਜਾ ਕੇ ਸ਼ਾਮ ਸੱਚੇ ਪਾਤਸ਼ਾਹ ਨੂੰ ਫਿਰ ਅਰਜ਼ੀ ਕੀਤੀ। ਸ਼ਾਮ ਨੂੰ ਸੱਚੇ ਪਾਤਸ਼ਾਹ ਖੇਡਦੇ ਸੀਗੇ ਚਿੜੀ ਬੱਲਾ ਵਗੈਰਾ, ਤੇ ਮੈਂ ਅਰਜ਼ੀ ਕੀਤੀ। ਸੱਚੇ ਪਾਤਸ਼ਾਹ ਨੇ ਕੋਈ ਮੈਨੂੰ ਪੜ੍ਹਦਾ ਉਹਨੂੰ ਜਾਣ ਸੀਗੇ ਤੇ ਧਿਆਨ ਨਾ ਕੀਤਾ। ਮੈਂ ਅਰਜ਼ੀ ਕਰਕੇ ਫਿਰ ਆ ਗਿਆ ਉੱਥੇ ਰਾਈਆਂ। ਤੇ ਉਹ ਜੀ 2 ਦਿਨ ਕਿਤੇ ਉਹਨੂੰ ਕੰਮ ਪੈ ਗਿਆ, ਨਾ ਆ ਸਕਿਆ। ਉਹ ਆਪਣਾ ਗਿਆਨੀ ਜੀ ਨਾ ਆ ਸਕੇ। ਉਹ ਲੈਂਥ ਮੈਂ ਮੰਗਾਤੀ 151 ਫੁੱਟ ਉਹ ਲੱਗ ਗਿਆ ਜੀ ਨਿਸ਼ਾਨ ਸਾਹਿਬ। ਲੱਗ ਗਿਆ ਤੇ ਉਹ ਕੁਝ ਦਿਨ ਬਾਅਦ ਭਗਤ ਸਿੰਘ ਜੀ ਆਏ। ਉਹ ਕਹਿੰਦੇ ਮੈਨੂੰ ਸੁਰਿੰਦਰ ਬਈ ਇਹ ਨਿਸ਼ਾਨ ਸਾਹਿਬ ਦਾ ਰਿਸਕ ਲੈ ਲਿਆ ਤੁਸੀਂ, ਇਹ ਕਿਵੇਂ ਖੜਾ ਹੋ ਗਿਆ? ਮੈਂ ਕਿਹਾ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਹੋ ਗਿਆ। ਨਿਸ਼ਾਨ ਸਾਹਿਬ ਦਾ ਸਾਰਾ ਕੰਮ ਹੋ ਗਿਆ, ਬਿਲਕੁਲ ਪੂਰਾ ਤਿਆਰ ਹੋ ਗਿਆ। ਰਾਤ ਨੂੰ ਮੈਂ ਇੱਥੋਂ ਨਾ ਰਾਈਆਂ ਤੋਂ ਗਿਆ ਤੇ ਸੱਚੇ ਪਾਤਸ਼ਾਹ ਕੋਠੀ 'ਚ ਕਹਿ ਲਓ ਜਿਵੇਂ ਆਰਾਮ ਕਰ ਰਹੇ ਜਾਂ ਬਰਾਜੇ, ਮੈਨੂੰ ਪਤਾ ਨਹੀਂ। ਮੈਂ ਕਿਸੇ ਨੇ ਕਹਿ ਤਾ ਭਾਈ ਜੀ ਆਇਆ ਉੱਥੋਂ।
सच्चे पातशाह मैनू आवाज़ मारी, मैं क्या जी कृपा हुई है, निशान साहब बन गए। सच्चे पातशाह ने टार चक्की, माता जी कह लगे हुण इस वे ना जाओ, गल्लां बातां करदे मैं सुनिया। सच्चे पातशाह कहते हुणे ही जाना, नाल सिख सारे लैके। तो सच्चे पातशाह जदों आए ना निशान साहब देखने वास्ते, टार्च नूं इत्थों शुरू किया है, ऐ करदे 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 मेरी मतलब पग दा जो है सच्चे पातशाह ऐ करदे करदे कहंदे वाह भाई जी वाह। मतलब टार्च खुशियाँ यही होंदियां ने, होर सच्चे पातशाह इतों बड़ी खुशी की हो सकती है। सो ये गल्लां जिहड़ियां ना सतगुरू जी दी किरपा तो बगैर नहीं मिलदियां। इस तरह एक विचाले मेरे को गल रह गई, सरोवर की सेवा दे माया दी मैनू सामण दा ते होर दा हुक्म हो गया। सुरिंदर दे घरे ही उत्थे सुरिंदर सरोवर की सेवा चल रही सी, तो वो माया हो गई भी तू सामने आ तो तू खर्च करनी है जिथे होएगी, ठीक है जी। मैं एक बारी ना मतलब हिसाब लैके चले गया, पिछले जो प्रताप मंदर का पिछला गेट है ना उधर दी मैं अंदर बढ़िया, तो सच्चे पातशाह इशारा हो गया बह जा। सच्चे पातशाह बैडमिंटन खेलते सीगे, बह के कुर्सी दे आके मैं कुर्सी नाल बह गया। मैं कुछ पर्चियाँ लै गया बना के, तो हिसाब किताब बनाया सी मैं जी, आ इन्ना क लख इन्ने हो गया जी दसिया। तो सच्चे पातशाह ने कुछ नहीं देखा, मैनू कहते जी मैं ना हिसाब किताब रखने वास्ते मेरे को बहुत बंदे ने, जिवें हिसाब ही लेना हुंदा ये तो मेरे को बहुत सिख ने। मैं जेज पाया सतवचन जी, चलो ठीक है। सतगुरू जी की किरपा के हिसाब नाल अज असीं मतलब लखां ही बंदे की किरपा सानू तो नहीं पता, पर मैं जिन्ना संपर्क च आउंदे रहे। इत्थे एक बारी कंबाइन लैनी सीगी यूनीवर्सिटी एग्रीकल्चर यूनीवर्सिटी कंबाइन लैनी सी। उस वेले साडे कोल मतलब इत्थे लुधियाने च ट्रक वाले जीत सिंह उन्होंने सारे ने कट्ठे कुट्ठे करके पुरानी धर्मशाला सच्चे पातशाह चाहिए भी सवेर के वेले हुक्म होया इस वेले भी शाम को कंबाइन लैके जानी आ तो पैसे इकट्ठे करने आ। साध संगत जी वो कंबाइन का सानू आया भी जिन्ने हो सकते, मैं पैसे नहीं सी, मैं 1000 रुपया ब्याज ते फड़ के लै गया। मैं ब्याज ते फड़ के अपना जिन्ना मेरे को पाया ट्रकां जी से कहता ठीक आ, मैं वो देता। शाम को सारे दे पैसे उत्थे चले गए, ठीक हो गया, कंबाइन चली गई उधर अपने इलाके जानी सी जीवन नगर के इलाके। तो शाम को मैनू आके ट्रकां वाला जीत सिंह कहता भाई जी की गल, सच्चे पातशाह ने कहा भी भाई जी का 1000 रुपया वापस करके आओ। फिर मन चाहिए भी पता नहीं, वो मैनू आके दूसरे दिन फिर बाहर बह गया जीत सिंह ट्रकां वाला, फिर मैंने दस भाई जी की गल सी। मैं कहा जी मैं ना ब्याज ते लिया सी पैसे, तो सच्चे पातशाह जानी जान ने जो भी एक स्कूल जिहड़ा हैगा ना गुरु नानक पब्लिक स्कूल 20वीं सच्चे पातशाह ने उत्थे नींह पत्थर भी सब कुछ जगजीत सिंह ने रखा। तो उसकी ओपनिंग जदों शुरू होनी सी ना क्लासां स्कूल शुरू होना सी, वो नाल चले गए मेरे उन्होंने सुरिंदर सिंह जी जाके श्री भैणी साहब, उदों सच्चे पातशाह बचन नहीं सन करते, तो अर्ज की भी स्कूल का उद्घाटन आप जी ने करना। मैं नाल जाके अर्ज की, हुक्म हो गया बाहरों प्रबंधकों वालों भी सच्चे पातशाह किसी पासे नहीं जाते। उस वे जे मैंने हुक्म हो गया भी भाई जी उत्थे आ जाओ नहर ते, असी नहर ते चले गए। नहर ते जाके काफ़ी देर सच्चे पातशाह वो कुछ खेडते सी, जिस तरह भी खेड मन की उन्होंने अवस्था, जिस तरह अपना खेडां देख के सच्चे पातशाह थोड़े चिर बाद काफ़ी अद्धा पौना घंटा उत्थे असी जिन्हां च मर्यादा के मालक सन रहे। उस तो बाद असी थोड़े दूर खड़े सी, इशारा होया सन जगतार सिंह जी का इशारा होया भी कोल नूं आओ। आए सच्चे पातशाह शीशा खोलिया, शीशा खोल के मैनू कहन लगे भाई जी किहड़े दिन उद्घाटन है, ऐतवार का है? मैं कहा हाँ जी 7 बजे जी ऐतवार का जी, हाँ मैं आऊँगा जी। सो किरपा सच्चे पातशाह दी सानू ये हैरानी हुई भी इत्थे दा जवाब मिल गया सी भी बचन भी नहीं हुंदे सन। तो किरपा सच्चे पातशाह करते रहे ने, अनेक ही किरपा ने, असी तो कुछ ही दस सकते हैं। एक बारी मैनू हार्ट की तकलीफ आ गई, सच्चे पातशाह मैं अर्ज करन गया सच्चे पातशाह किरपा करो बई मैनू हार्ट की तकलीफ आ गई। तो मैं एक अर्ज की भी बसंत का मेला जे मैं ना भी होवां तो मेरे परिवार वालों ही होवे। सच्चे पातशाह कहता होर दस, मैं कहा जी मैं उत्थे जाना दिल्ली, तो वो कुछ मैनू जिमें कहणगे सच्चे पातशाह कहते भी काम जिमें वो कहणगे उवें कर ली। 7 वचन मन्निया, ठीक है जी। मैं कहा जी किरपा करियो,
कहने ये तो बहुत काम करने ने तैं तो सच्चे पातशाह मैं कहा जी फिर भी कृपा जी डर लगता जी नहीं डर लगता मैं करना कर तो उत्थे जाके हार्ट दा मैं चले गया। उस तो बाद कुछ दिनों बाद सच्चे पातशाह में भी कुछ तकलीफ आई तो वो पोलो च मैं उत्थे स्कॉट विच सी उत्थे भी मैं अर्ज की रछपाल जी ने कहा भी अर्ज कराओ मेरी मैनू डर लगता उत्थे ही सच्चे पातशाह ने हुक्म किया भाई जी तकड़ा हो बस इन्नी लफ्ज कह के ते हार्ट का मैं सच्चे पातशाह की कृपा नाल ठीक होया। तो अपना सागर उदय सिंह जी बारे मैं एक जरूर आप जी को दसना चाहांगा भी गुरु असी धन भाग समझते हाँ सगों राम सिंह की कृपा साढ़े ते कि असी निहत्थे नहीं हाँ असी गुरु वाले हाँ उन्होंने बख्शिश तो बगैर सानू कुछ नहीं है इत्थे। क्योंकि माता जी का थोड़ा जिहा जदों सदमा होया सानू उस तो बाद मेरे पोता होया तो मैं रात को मैं सोचा भी नौ रखने वास्ते मैं अर्ज करनी आ तो सोचा भी हुणे ताज़ा काम होया होया भी ना करा मैं अर्ज। तो रात को सुपने सब कुछ जगजीत सिंह जी कहते भाई जी क्यों काके कह जाके भी नौ रखना क्यों नहीं। मैं कहा जी ठीक है 7 बजे जदे मैंने कहते गुड़ लैके जाई मैं जी एक बर्फी का डब्बा एक लड्डुआं का 1 किलो गुड़ मैं लैके चलिया गया। उत्ते पाबंदी लगी सी सच्चे पातशाह गए हुए सी अकैडमी च मैनू उरे रोक लिया गया बरताब मंदिर के कोल तो थोड़े उरे रोक के उत्थे मैं खड़ गया। ठीक काफ़ी देर बाद सच्चे पातशाह आए सगों उदय सिंह जी आए तो मैं भाई जी कहते किवें आए काफ़ी टाइम सानू प्रबंधक जिवें हुक्म किया सी मन लिया। मैं कहा जी कृपा हुई है जी पोता होया जी। अच्छा सच्चे पातशाह दूर खड़े सी तो सच्चे पातशाह मैं कहा जी आप जी कृपा करो 9 रखो कहने गुड़ लैके आया। मैं कहा हाँ जी गुड़ लैके उन्होंने नहीं दसिया किसी ने भी मैं गुड़ लैके आया। तो सागरा ने जदे कहन लगे सूबा चाल जी को बई आ लियाओ जी गुड़ तो नाले इन्हों भाई जी सिखाओ नाले वंड दो नाले गुड़ वापस भाई जी कहो घर जाके वंड देन। सो ये जाने जान ने जदों असी सतगुर समझांगे तो सतगुर कृपा करते हैं। मतलब जदे मैनू कहते भाई जी घरे 9 रख लेना सी मैं कहा जी आप जी कृपा करो जी तुसीं रख लिओ। कहते चलो गुरनाम सिंह 9 रखता। मैं क्या खुशियाँ मैं डरदा सी बई मैं किवें अर्ज करा। तो इस करके ये सच्चे पातशाह दी अनैन कृपा ने हुण भी कृपा करते हैं पर साडियां जिहड़ियां ने मत साडी थोड़ी है जी। तो मैं अर्ज करांगा बेनती करांगा साध संगत नूं बई साडे किन्ने अच्छे कर्म ने कि सानूं भैणी साहब सतगुर दे दर्शन हुंदे ने और हुंदे रहने चाहिए ने। जिन्नी लाहा लै सके आपां साध संगत लाहा लेना चाहिए। धन्नवाद जी।